ਮਾਈਆ ਜਾਪਾ ਜਾਣੀਐਨ, ਨਈਆ ਖੁੱਲਰ ਗੁਰੂ ਪਿਆਰਾ, ਤੁਲਸਾ ਬਹੁਰਾ ਜਾਣੀਐ, ਗੁਰ ਉਪਦੇਸ਼ ਅਵੇਸ ਅਚਾਰਾ। ਭਾਈ ਮਾਈਆ ਤੇ ਭਾਈ ਜਾਪਾ, ਭਾਈ ਨਈਆ ਤੇ ਭਾਈ ਤੁਲਸਾ, ਇਹ ਚਾਰ ਸਿੱਖ ਮਹਾਰਾਜ ਦੇ ਕੋਲ ਆਏ ਤੇ ਇਹਨਾਂ ਦਾ ਸਵਾਲ ਇਹ ਸੀ ਵੀ ਸੱਚੇ ਪਾਤਸ਼ਾਹ ਕਾਰੋਬਾਰ ਵੀ ਕਰਨਾ ਹੈ, ਕਿਰਤ ਵੀ ਕਰਨੀ ਹੈ, ਇਹ ਵੀ ਤੇ ਅਸੀਂ ਛੱਡ ਨਹੀਂ ਨਾ ਸਕਦੇ। ਮਹਾਰਾਜ ਕਿਰਤ ਵੀ ਕਰਨੀ ਹੈ, ਤੁਸੀਂ ਸਾਨੂੰ ਕੋਈ ਇਦਾਂ ਦਾ ਉਪਦੇਸ਼ ਕਰੋ ਜਿਹਦੇ ਨਾਲ ਅਸੀਂ ਘਰ ਦੇ ਕੰਮ ਵੀ ਕਰੀ ਜਾਈਏ ਤੇ ਅਸੀਂ ਤੁਹਾਡੇ ਨਾਲ ਵੀ ਜੁੜੇ ਰਹੀਏ, ਉਪਦੇਸ਼ ਦੇ ਨਾਲ ਵੀ ਜੁੜੇ ਰਹੀਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ ਦੋ ਤਰੀਕੇ ਦੇ ਲੋਕ ਹੈ ਸੀ। ਅਸੀਂ ਹੁਣ ਵੇਖ ਲਈਏ ਵੀ ਹੁਣ ਅਸੀਂ ਕਿੱਥੇ ਕਿਤੇ ਸਟੈਂਡ ਕਰਦੇ ਹਾਂ। ਘਰ-ਬਾਰ ਛੱਡਣ ਵਾਲੇ ਵੀ ਮਹਾਰਾਜ ਦੇ ਸਾਹਮਣੇ, ਜੋਗੀ ਬਹੁਤ ਸੀ ਗੁਰੂ ਨਾਨਕ ਸਾਹਿਬ ਦੇ ਵੇਲੇ ਜਿਨ੍ਹਾਂ ਨੇ ਘਰ-ਬਾਰ ਛੱਡੇ ਹੋਏ ਸੀ। ਔਰ ਸਭ ਤੋਂ ਜ਼ਿਆਦਾ ਮਹਾਰਾਜ ਤੋਂ ਮਾਫੀ ਮੰਗ ਕੇ ਕਹਿ ਰਿਹਾ ਹਾਂ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਕਿਸੇ ਨੇ ਈਰਖਾ ਕੀਤੀ ਹੈ ਨਾ, ਤੇ ਉਹ ਜੋਗੀਆਂ ਨੇ ਕੀਤੀ ਹੈ। ਸਭ ਤੋਂ ਜ਼ਿਆਦਾ ਈਰਖਾ ਕਾਰੋਬਾਰੀਆਂ ਨੇ, ਦੂਜਿਆਂ ਨੇ ਮਹਾਰਾਜ ਦੇ ਨਾਲ ਉਨੀ ਈਰਖਾ ਨਹੀਂ ਕੀਤੀ ਜਿੰਨਾ ਜੋਗੀਆਂ ਨੇ ਕੀਤੀ ਹੈ। ਔਰ ਸਭ ਤੋਂ ਜ਼ਿਆਦਾ ਵਿਚਾਰ ਵੀ ਮਹਾਰਾਜ ਜੀ ਦੇ ਇਹਨਾਂ ਦੇ ਨਾਲ ਹੀ ਹੋਏ ਨੇ। ਜੋਗੀਆਂ ਦੇ ਬੜੇ ਬੜੇ ਝੁੰਡ ਨੇ ਮਹਾਰਾਜ ਤੋਂ ਪਹਿਲਾਂ, ਬੜੇ ਬੜੇ ਸੰਸਥਾਵਾਂ ਨੇ ਉਹਨਾਂ ਦੀਆਂ। ਫਿਰ ਦੂਜੇ ਪਾਸੇ ਉਹ ਵੀ ਮਹਾਰਾਜ ਦੇ ਸਾਹਮਣੇ ਹੈ ਸੀ ਜਿਹੜੇ ਕਹਿੰਦੇ ਸੀ ਵੀ ਪਾਠ ਕਰਨਾ ਤੇ ਸਾਧੂਆਂ ਦਾ ਕੰਮ ਹੈ, ਸਾਡੇ ਕੋਲ ਤੇ ਘਰ ਦੇ ਕੰਮਾਂ 'ਚੋਂ ਹੀ ਵੇਲ ਨਹੀਂ ਲੱਗਦੀ। ਦੋਵੇਂ ਤਰੀਕੇ ਦੇ ਲੋਕ ਸੀ। ਮਹਾਰਾਜ ਨੇ ਫਿਰ ਇੱਕ ਨਵਾਂ ਰਸਤਾ ਲੱਭਿਆ ਹੈ ਉਹਦੇ ਵਿੱਚ। ਸੱਚੇ ਪਾਤਸ਼ਾਹ ਕਹਿੰਦੇ ਘਰ ਵੀ ਨਹੀਂ ਛੱਡਣਾ, ਕੰਮ ਵੀ ਕਰਨੇ ਨੇ, ਪਰ ਇਹ ਕੰਮ ਇੱਦਾਂ ਵੀ ਸਿੱਖ ਕੰਮ ਦੇ ਵਿੱਚ ਕੰਮ ਹੀ ਨਾ ਬਣ ਕੇ ਰਹਿ ਜਾਵੇ। ਸਿੱਖ ਨੂੰ ਇਹ ਵੀ ਹੋਵੇ ਵੀ ਕਮਲ ਹੁੰਦਾ ਵੀ ਪਾਣੀ ਦੇ ਵਿੱਚ ਹੈ ਪਰ ਰਹਿੰਦਾ ਵੀ ਚਿੱਕੜ ਤੋਂ ਉੱਤੇ ਹੈ। ਗੁਰੂ ਰਾਮਦਾਸ ਸਾਹਿਬ ਦਾ ਆਪਣਾ ਹੀ ਬੋਲ ਹੈ, ਵਿੱਚੇ ਗ੍ਰਹਿ ਸਦਾ ਰਹਿ ਉਦਾਸੀ, ਜਿਉ ਕਮਲ ਰਹੇ ਵਿੱਚ ਪਾਣੀ ਹੈ। ਜਿੱਦਾਂ ਪਾਣੀ ਦੇ ਵਿੱਚ ਕਮਲ ਰਹਿੰਦਾ ਹੈ, ਇੱਦਾਂ ਘਰ ਦੇ ਵਿੱਚ ਉਦਾਸ ਰਹਿਣਾ ਹੈ। ਘਰ ਛੱਡਣਾ ਨਹੀਂ, ਜ਼ਿੰਮੇਵਾਰੀਆਂ ਨਿਭਾਉਣੀਆਂ ਨੇ, ਪਰ ਓਨੀਆਂ ਕੁ ਬਸ ਜਿੰਨੀ ਕੁ ਬੇੜੀ ਪਾਣੀ ਦੇ ਵਿੱਚ ਚੱਲਣ ਲੱਗਿਆਂ ਡੁੱਬਣੀ ਚਾਹੀਦੀ ਹੈ। ਬਸ 2 ਉਂਗਲਾਂ ਹੋਣ, 3 ਉਂਗਲਾਂ ਹੋਣ, ਉਹ ਓਨੀ ਕੁ ਨੀਵੀਂ ਜਾਣੀ ਚਾਹੀਦੀ ਹੈ ਵੀ ਪਾਣੀ ਦੇ ਵਿੱਚ ਤੈਰਦੀ ਰਹੇ, ਡੁੱਬ ਨਾ ਜਾਵੇ। ਅਸਲ ਦੇ ਵਿੱਚ ਕੀ ਹੋਇਆ, ਮਹਾਰਾਜ ਨੇ ਫਿਰ ਇੱਦਾਂ ਵੀ ਕਿਹਾ ਗੁਰਬਾਣੀ ਦੇ ਵਿੱਚ, ਜਿਹੜੀ ਜਿਹੜੀ ਲਾਈਨ ਦੇ ਵਿੱਚ ਬੰਦਾ ਤੁਰਿਆ ਉਹਨੂੰ ਉਹੀ ਲਾਈਨ ਡੋਬ ਲੈਂਦੀ ਹੈ। ਕਈਆਂ ਨੂੰ ਗ੍ਰਸਤ ਨੇ ਡੋਬ ਕੇ ਰੱਖ ਦਿੱਤਾ। ਗ੍ਰਹਿ ਰਾਜ ਮੈਂ ਨਰਕ ਉਦਾਸ ਕ੍ਰੋਧਾ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ। ਘਰ ਦੇ ਵਿੱਚ ਕੀ ਚੱਲਦਾ ਪਿਆ ਹੈ, ਜਾਂ ਤੇ ਬਸ ਜ਼ਿੰਦਗੀ ਨਰਕ ਬਣੀ ਪਈ ਹੈ ਵੀ ਹਾਏ ਕੁਝ ਨਹੀਂ ਹੈਗਾ, ਤੇ ਜਾਂ ਫਿਰ ਕ੍ਰੋਧ ਹੀ ਚੜਿਆ ਰਹਿੰਦਾ ਹੈ ਗ੍ਰਸਤੀਆਂ ਨੂੰ। ਵੇਖ ਲਓ ਇਹੀ ਕੀ ਹੈ, ਗ੍ਰਹਿ ਰਾਜ ਮਹਿ ਨਰਕ, ਉਦਾਸ ਦੇ ਵਿੱਚ ਕ੍ਰੋਧੀ ਹੈ। ਸਾਧੂ ਜਿੰਨੇ ਕ੍ਰੋਧੀ ਹੁੰਦੇ ਨੇ, ਵੈਸੇ ਗ੍ਰਸਤੀ ਇੰਨੇ ਕ੍ਰੋਧੀ ਨਹੀਂ ਹੁੰਦੇ, ਪਰ ਜਦੋਂ ਗ੍ਰਸਤੀਆਂ ਦੇ ਕ੍ਰੋਧ 'ਚ ਵਧੇ ਹੋਏ ਵੇਖੋਗੇ ਤੇ ਹਾਲ ਉਹ ਤੋਂ ਵੀ ਬੁਰੇ ਹੋਏ ਪਏ ਨੇ। ਘਰ ਨਰਕ ਬਣ ਗਏ ਵੀ ਉੱਥੇ ਕਿ ਜੇ ਘੁੰਮਣ ਘੇਰੀ ਹੈ, ਇਹਦੇ ਤੋਂ ਉੱਤੇ ਨਹੀਂ ਸੋਚ ਪਾਉਂਦੇ। ਸਾਧੂਆਂ ਨੂੰ ਕ੍ਰੋਧ ਨਹੀਂ ਛੱਡਦਾ। ਮਹਾਰਾਜ ਨੇ ਇਸ ਕਰਕੇ ਕਿਹਾ ਵੀ ਇਹਨਾਂ ਨੇ ਉਪਦੇਸ਼ ਮੰਗਿਆ, ਮਹਾਰਾਜ ਘਰ ਦੇ ਵਿੱਚ ਵੀ ਰਹੀਏ, ਕਾਰੋਬਾਰ ਵੀ ਕਰੀਏ, ਪਰ ਤੁਹਾਡੇ ਨਾਲ ਵੀ ਜੁੜੇ ਰਹੀਏ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਪਹਿਲੀ ਗੱਲ ਤੇ ਇਹਨਾਂ ਨੂੰ ਇਹ ਕਹੀ ਵੀ ਪਹਿਲੀ ਗੱਲ ਤੁਸੀਂ ਗੁਰਮੁਖ ਬਣੋ। ਹੁਣ ਮਹਾਰਾਜ ਨੂੰ ਗੁਰਮੁਖ ਦਾ ਕੀ ਭਾਵ ਹੈ ਗੁਰਬਾਣੀ ਦੇ ਵਿੱਚ? ਇਹ ਗੁਰਬਾਣੀ ਦਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਇੱਦਾਂ ਕਹਿ ਲਓ ਵੀ ਰੋਲ ਮਾਡਲ ਮਨੁੱਖ ਹੈ ਵੀ ਅਸੀਂ ਗੁਰਮੁਖ ਬਣਨਾ ਹੈ। ਗੁਰਮੁਖ ਨਾ ਤੇ ਘਰ ਦੇ ਕੰਮ ਛੱਡਦਾ ਹੈ, ਪਰ ਨਾਲ ਕੀ ਹੈ, ਇਹ ਵੀ ਨਹੀਂ ਵੀ ਘਰ ਦੇ ਕੰਮਾਂ ਦੇ ਵਿੱਚ ਫਸਿਆ ਹੋਇਆ ਹੈ। ਸੱਚੇ ਪਾਤਸ਼ਾਹ ਨੇ ਫਿਰ ਇੱਥੇ ਉਹੀ ਗੱਲ ਕਹੀ, ਮਰਦ ਕਹਿੰਦੇ ਬਾਣੀ ਪੜ੍ਹੋ। ਇੱਕ ਗੱਲ ਗੁਰੂ ਰਾਮਦਾਸ ਸਾਹਿਬ ਦੇ ਉਪਦੇਸ਼ਾਂ ਦੇ ਵਿੱਚ, ਸਤਿਗੁਰਾਂ ਦੇ ਉਪਦੇਸ਼ਾਂ ਦੇ ਵਿੱਚ ਵਾਰ-ਵਾਰ ਆਉਂਦੀ ਹੈ। ਅੱਜ ਕੱਲ੍ਹ ਸਿੱਖ ਇਸ ਗੱਲ ਨੂੰ ਸੋਚਦਾ ਹੋਵੇ ਜਾਂ ਉਹਨੂੰ ਇਸ ਪਾਸੇ ਤੋਂ ਸੋਚਣ ਲਈ ਮਜਬੂਰ ਕੀਤਾ ਜਾ ਰਿਹਾ ਹੋਵੇ ਵੀ ਤੂੰ ਸੋਚ ਵੀ ਤੇਰਾ ਬਾਣੀ ਤੋਂ ਬਿਨਾਂ ਜੀਵਨ ਹੈ, ਵੀ ਤੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾ ਪੜ੍ਹ, ਸਹਿਜ ਪਾਠ ਨਾ ਕਰ, ਨਿਤਨੇਮ ਨਾ ਕਰ, ਤੇ ਕੋਈ ਨਹੀਂ ਤੂੰ ਫਿਰ ਵੀ ਸਿੱਖ ਬਣਿਆ ਰਵੇਂਗਾ। ਨਹੀਂ ਬਣਦਾ ਸਿੱਖ। ਬਾਣੀ ਤੋਂ ਬਿਨਾਂ ਸਿੱਖ ਨਹੀਂ ਜੇ ਬਣ ਸਕਦਾ, ਮੈਨੂੰ ਮਾਫ ਕਰਿਓ। ਭਾਵੇਂ ਮੈਂ ਹੀ ਹਾਂ, ਜਿਹੜਾ ਬੰਦਾ ਇਹ ਸੋਚਦਾ ਹੈ ਕਿ ਨਿਤਨੇਮ ਕਰਨ ਤੋਂ ਬਿਨਾਂ ਮੇਰੇ ਪੱਲੇ ਸਿੱਖੀ ਰਹਿ ਜਾਵੇਗੀ, ਸਹਿਜ ਪਾਠ ਕਰਨ ਤੋਂ ਬਿਨਾਂ, ਬਾਣੀ ਨੂੰ ਪੜ੍ਹਨ ਤੋਂ ਬਿਨਾਂ ਮੇਰੇ ਪੱਲੇ ਸਿੱਖੀ ਰਹਿ ਜਾਵੇਗੀ, ਸਿੱਖੀ ਨਹੀਂ ਰਹਿੰਦੀ, ਨਿਕਲ ਜਾਂਦੀ ਜੇ ਸਿੱਖੀ। ਇਸ ਕਰਕੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਉਪਦੇਸ਼ਾਂ ਦੇ ਵਿੱਚ ਪਹਿਲਾ ਹੀ ਉਪਦੇਸ਼ ਇਹ ਕਰਦੇ ਨੇ ਵੀ ਭਾਈ ਬਾਣੀ ਪੜ੍ਹਿਓ, ਤੇ ਬਾਣੀ ਪੜ੍ਹਿਓ, ਬਾਣੀ ਸਮਝਿਓ, ਬਾਣੀ ਸਮਝ ਕੇ ਵੇਖਿਓ ਵੀ ਬਾਣੀ ਕੀ ਕਹਿ ਰਹੀ ਹੈ, ਮੈਂ ਕੀ ਕਰਦਾ ਪਿਆ। ਮਨ ਨੂੰ ਤੋਲਣਾ ਹੈ ਇਹਦੇ ਨਾਲ। ਹੁਣ ਸੁਭਾਵਿਕ ਜੀ ਗੱਲ ਹੈ, ਬਾਣੀ ਪੜ੍ਹਦੇ ਵੀ ਹਾਂ, ਨਮਸਕਾਰ ਹੈ, ਬਾਣੀ ਸਮਝਦੇ ਵੀ ਹਾਂ, ਨਮਸਕਾਰ ਹੈ। ਬਾਣੀ ਵਾਲਾ ਜੀਵਨ ਵੀ ਸਾਡਾ ਬਣ ਜਾਵੇ, ਸਾਡੇ ਸਾਰਿਆਂ ਦਾ। ਕਿਸੇ ਨੂੰ ਨਹੀਂ ਕਹਿੰਦਾ ਵੀ ਤੁਸੀਂ ਬਣਾਓ, ਮੈਂ ਕੌਣ ਨਾ ਕਹਿਣ ਵਾਲਾ ਵੀ ਤੁਸੀਂ ਬਣਾਓ। ਤੁਹਾਡੇ ਪਿੱਛੇ ਲਾ ਕੇ ਸਾਡਾ ਬਣ ਜਾਵੇ, ਹੋਰ ਕੀ ਚਾਹੀਦਾ ਹੈ। ਸਾਰੇ ਬਣਾਈਏ, ਫਿਰ ਸੰਸਥਾ ਹੋਰ ਚੜ੍ਹਦੀ ਕਲਾ ਦੇ ਵਿੱਚ ਜਾਂਦੀ ਹੈ। ਇਹਦੀਆਂ ਵਾਈਬ੍ਰੇਸ਼ਨਸ ਹੀ ਕੁਝ ਹੋਰ ਹੋ ਜਾਂਦੀਆਂ ਨੇ।
ਮਹਾਰਾਜ ਕਹਿੰਦੇ ਨੇ ਭਾਈ ਪਹਿਲੀ ਗੱਲ ਬਾਣੀ ਨੂੰ ਸਮਝੋ, ਤੇ ਫਿਰ ਨਾਲ ਤੁਸੀਂ ਕੀ ਕਰਨਾ ਹੈ ਜਦੋਂ ਤੁਸੀਂ ਘਰ ਦੇ ਕੰਮ ਕਾਜ ਕਰਦੇ ਜੀ। ਹੁਣ ਵੀ ਮੈਂ ਅਕਸਰ ਬੇਨਤੀ ਕਰਦਾ ਹੁੰਦਾ ਕਿ ਮੰਨ ਲਓ ਅਸੀਂ ਆ ਕੇ ਬੈਠੇ ਹਾਂ, ਜਿਹੜੇ ਨਹੀਂ ਆ ਕੇ ਬੈਠੇ ਕੁਝ ਨਾ ਕੁਝ ਤੇ ਘਰ ਦਾ ਕੰਮ ਹੀ ਕਰਦੇ ਪਏ ਹੋਣਗੇ ਨਾ, ਕੁਝ ਨਾ ਕੁਝ ਤੇ ਮੰਨ ਲਓ ਜ਼ਰੂਰੀ ਹੋਵੇਗਾ, ਨਹੀਂ ਜ਼ਰੂਰੀ ਹੋਵੇਗਾ, ਜੇ ਸਮਾਂ ਕੱਢ ਲੈਣਗੇ ਤੇ ਫਿਰ ਵੀ ਤੇ ਆ ਕੇ ਬੈਠ ਹੀ ਜਾਂਦੇ ਆ। ਵੀ ਤੁਸੀਂ ਕੋਈ ਵਿਹਲੇ ਤਾਂ ਨਹੀਂ ਜੇ ਉਹਨਾਂ ਦੇ ਨਾਲੋਂ ਜ਼ਿਆਦਾ, ਵੀ ਮਤਲਬ ਤੁਹਾਨੂੰ ਮਾਲਕ ਨੇ ਇੰਨਾ ਵਿਹਲ ਦਿੱਤਾ ਵੀ ਸਾਰਾ ਦਿਨ ਤੁਸੀਂ ਬੈਠੇ ਰਹਿੰਦੇ ਜੇ, ਤੇ ਫਿਰ ਉਡੀਕਦੇ ਜੇ ਵੀ ਸ਼ਾਮਾਂ ਕਦੋਂ ਪੈਣ ਤੇ ਗੁਰਦੁਆਰੇ ਚੱਲੀਏ। ਕੰਮ ਦੇ ਵਿੱਚੋਂ ਕੰਮ ਛੱਡ ਕੇ ਤੇ ਫਿਰ ਹੀ ਆਉਂਦੇ। ਚਲੋ ਸਾਡੀ ਗੱਲ ਤੇ ਬਾਹਰ ਹੀ ਕੱਢ ਦਿਓ ਵੀ ਰਹਿੰਦੇ ਹੀ ਇੱਥੇ ਆ, ਤੁਸੀਂ ਕੰਮ ਛੱਡ ਕੇ ਆਏ ਆਪਣਾ। ਮੰਨ ਲਓ 10 ਦਿਨ ਨਾ ਆਓਗੇ, ਕਿਸੇ ਕੰਮ ਨੂੰ ਕਰਨ ਲੱਗ ਪਵੋਗੇ, ਫਿਰ ਆਉਣ ਦਾ ਚੇਤਾ ਵੀ ਨਹੀਂ ਰਹੇਗਾ ਵਿੱਚ। ਮਹਾਰਾਜ ਇੱਕ ਗੱਲ ਕਹਿਤੀ ਵੀ ਭਾਈ ਜੋ ਮਰਜ਼ੀ ਹੋ ਜੇ ਤੁਸੀਂ ਸੰਗਤ ਨਹੀਂ ਛੱਡਣੀ। ਜਿੱਦਾਂ ਤੁਸੀਂ ਆਪਣੇ ਘਰ ਦੇ ਕੰਮ ਕਰਦੇ ਜੇ, ਤੇ ਘਰ ਦੇ ਕੰਮ ਕਿਸੇ ਵੇਲੇ ਇਦਾਂ ਹੁੰਦਾ ਵੀ ਸਾਡਾ ਜੀ ਨਹੀਂ ਕਰਦਾ ਹੁੰਦਾ ਕਰਨ ਦੇ ਲਈ, ਇਹ ਸਾਡੇ ਸਾਰਿਆਂ ਦੇ ਨਾਲ ਹੁੰਦਾ ਵੀ ਸਾਡਾ ਜੀ ਨਹੀਂ ਕਰਦਾ ਹੁੰਦਾ ਘਰ ਦਾ ਕੰਮ ਕਰ ਲਈਏ, ਪਰ ਮਜਬੂਰੀ ਆ, ਕਰਨਾ ਪੈਂਦਾ। ਹੋਰ ਨਹੀਂ ਕੁਝ ਤਾਂ ਰੋਟੀ ਤੇ ਪਕਾਉਣੀ ਪੈਣੀ ਆ ਨਾ, ਘਰ ਦੇ ਵਿੱਚ ਭਾਵੇਂ ਸਾਰਾ ਦਿਨ ਬੈਠੇ ਰਹੀਏ, ਰੋਟੀ ਤੇ ਪਕਾਉਣੀ ਪਵੇਗੀ। ਚਲੋ ਜੇ ਪਕਾਉਣੀ ਨਹੀਂ ਪਵੇਗੀ ਤੇ ਬਾਹਰੋਂ ਤੇ ਲੈਣ ਜਾਣੀ ਪੈਣੀ ਆ, ਭੁੱਖ ਤੇ ਲੱਗ ਹੀ ਜਾਣੀ ਆ। ਜੀ ਨਹੀਂ ਕਰਦਾ ਪਿਆ, ਦਿਲ ਨਹੀਂ ਕਰਦਾ ਪਿਆ, ਫਿਰ ਵੀ ਕਰਦੇ ਆ। ਮਰਦ ਕਹਿੰਦੇ ਜਿੱਦਾਂ ਘਰ ਦੇ ਕੰਮ ਚੰਗੇ ਲੱਗਦੇ ਨੇ, ਨਹੀਂ ਚੰਗੇ ਲੱਗਦੇ ਤਾਂ ਵੀ ਕਰਦੇ ਆ ਨਾ, ਇੱਦਾਂ ਰੂਟੀਨ ਬਣਾ ਲਓ। ਬਾਣੀ ਚੰਗੀ ਲੱਗਦੀ ਹੈ ਜਾਂ ਨਹੀਂ ਚੰਗੀ ਲੱਗਦੀ, ਬਾਣੀ ਪੜ੍ਹਨੀ। ਮਹਾਰਾਜ ਬਖਸ਼ ਲਵੇ, ਮੈਂ ਇਹ ਕਹਿ ਰਿਹਾ ਹਾਂ ਵੀ ਨਹੀਂ ਚੰਗੀ ਲੱਗਦੀ, ਇਹਦਾ ਮਤਲਬ ਇਹ ਨਹੀਂ ਵੀ ਬਾਣੀ ਚੰਗੀ ਨਹੀਂ ਹੈ, ਪਰ ਇਹਦਾ ਮਤਲਬ ਇਹ ਹੁੰਦਾ ਵੀ ਜਦੋਂ ਜ਼ਿਆਦਾ ਬੁਖਾਰ ਹੋਵੇ ਤਾਂ ਗੋਲੀਆਂ ਕੌੜੀਆਂ ਹੀ ਲੱਗਦੀਆਂ ਹੁੰਦੀਆਂ ਨੇ। ਇਸ ਕਰਕੇ ਕੁਝ ਵੀ ਹੋ ਜਾਵੇ, ਮਹਾਰਾਜ ਤੋਂ ਮਾਫੀ ਮੰਗ ਕੇ ਕਹਿ ਰਿਹਾ ਹਾਂ, ਮੈਂ ਉਪਦੇਸ਼ ਵਾਲਾ ਨਹੀਂ ਹਾਂ, ਉਪਦੇਸ਼ ਕਰਨ ਵਾਲਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੁਝ ਵੀ ਹੋ ਜਾਵੇ ਅੱਜ ਦੀ ਬੋਲੀ 'ਚ ਇਹਨੂੰ ਸਮਝ ਲਵੋ ਤੇ ਨਿਤਨੇਮ ਨਾ ਛੱਡਿਓ। ਟਾਈਮ ਅੱਗੇ ਪਿੱਛੇ ਹੋ ਜਾਵੇ, ਉਹ ਤੁਹਾਡੀ ਇੰਡੀਵਿਜੂਅਲ ਰਹਿਣੀ ਹੈ, ਤੁਹਾਡੀ ਇਕੱਲਿਆਂ ਦੀ ਰਹਿਣੀ ਹੈ। ਉਹ ਕਿੱਦਾਂ ਹੋ ਸਕਦਾ ਹੈ? ਗੁਰਦੁਆਰੇ ਵਿੱਚ ਤੇ ਉਹੀ ਸਮਾਂ ਚੱਲਦਾ ਪਿਆ ਹੈ, ਉਸੇ ਟਾਈਮ ਹੋ ਰਿਹਾ ਹੈ, ਪਹੁੰਚ ਜਾਓ, ਵਧੀਆ ਗੱਲ ਹੈ। ਨਿਤਨੇਮ ਨਹੀਂ ਛੱਡਣਾ, ਸਹਿਜ ਪਾਠ ਨਹੀਂ ਛੱਡਣਾ। ਹਾਂਜੀ ਮੈਂ 10 ਅੰਗ ਰੱਖੇ ਨੇ, ਕਰਨੇ ਨੇ ਰੋਜ਼ ਦੇ, ਮੈਂ 5 ਅੰਗ ਰੱਖੇ ਨੇ, ਕਰਨੇ ਨੇ ਰੋਜ਼ ਦੇ। ਇਹਨੂੰ ਇੱਦਾਂ ਸਮਝ ਲੈਣਾ ਜਿੱਦਾਂ ਮੇਰਾ ਕਾਰੋਬਾਰ ਜ਼ਰੂਰੀ ਹੈ, ਇੱਦਾਂ ਮੇਰਾ ਪਾਠ ਜ਼ਰੂਰੀ ਹੈ। ਤੇ ਫਿਰ ਇੱਦਾਂ ਵੀ ਹੋ ਜਾਂਦਾ ਕਿਸੇ ਵੇਲੇ, ਜਿੱਦਾਂ ਮੈਂ ਬੇਨਤੀ ਕੀਤੀ ਹੈ ਵੀ ਕਿਸੇ ਵੇਲੇ ਤਾਂ ਬੜੇ ਚਾਅ ਦੇ ਨਾਲ ਕਰੀਦਾ ਤੇ ਕਿਸੇ ਵੇਲੇ ਦਿਲ ਨਹੀਂ ਕਰਦਾ ਹੁੰਦਾ। ਇਹ ਬਾਣੀ ਪੜ੍ਹਨੇ ਤੇ ਅਕਸਰ ਹੋ ਜਾਂਦਾ, ਪਰ ਜਿੱਦਾਂ ਮਜਬੂਰੀ ਦੇ ਵਿੱਚ ਵੀ ਘਰ ਦੇ ਕੰਮ ਕਰ ਲਈਦੇ ਆ ਨਾ, ਬਾਣੀ ਦੀ ਰੂਟੀਨ ਇੱਦਾਂ ਨਹੀਂ ਛੁੱਟਣੀ। ਹਾਂ ਕਿਤੇ ਤੰਦਰੁਸਤੀ ਨਹੀਂ ਹੈ, ਕਿਤੇ ਗਏ ਹਾਂ, ਇਸ ਗੱਲ ਦਾ ਵਹਿਮ ਵੀ ਨਹੀਂ ਕਰਨਾ, ਪਰ ਇਹ ਨਾ ਹੋਵੇ ਵੀ 10-10 ਸਾਲ ਹੋ ਗਏ ਨੇ ਤੇ ਇੱਕ ਸਹਿਜ ਪਾਠ ਹੀ ਨਹੀਂ ਕੰਪਲੀਟ ਹੋ ਰਿਹਾ। ਕਿਉਂ? ਮੇਰਾ ਸਮਾਂ ਹੀ ਨਹੀਂ ਲੱਗਦਾ। ਸਮਾਂ ਕਿਉਂ ਨਹੀਂ ਲੱਗਦਾ? ਢੀਠਤਾ ਹੀ ਹੋਈ ਪਈ ਹੈ ਵੀ ਮੈਂ ਉਧਰ ਨਹੀਂ ਜਾ ਰਿਹਾ ਬਸ। ਮਹਾਰਾਜ ਕਹਿੰਦੇ ਜਿੱਦਾਂ ਘਰ ਦੇ ਕੰਮ ਚੰਗੇ ਲੱਗਦੇ ਨੇ ਨਾ, ਇੱਦਾਂ ਤੁਹਾਨੂੰ ਬਾਣੀ ਚੰਗੀ ਲੱਗੇ, ਇਹਨੂੰ ਫਰਜ਼ ਸਮਝ ਕੇ ਪੜ੍ਹੋ। ਆਪਣੇ ਆਪਣੇ ਭਾਈ ਸਹਿਜ ਪਾਠ ਰੱਖੋ, ਜਿਹੜੇ ਕਰਦੇ ਪਏ ਨੇ ਨਮਸਕਾਰ ਹੈ, ਤੇ ਉਹਨਾਂ ਨੂੰ ਕੰਪਲੀਟ ਕਰਨ ਦੀ ਕੋਸ਼ਿਸ਼ ਕਰੋ ਜਲਦੀ ਤੋਂ ਜਲਦੀ। 3 ਮਹੀਨੇ ਦਾ ਸਮਾਂ, 6 ਮਹੀਨੇ ਦਾ ਸਮਾਂ, ਸਾਲ ਦਾ ਸਮਾਂ ਰੂਟੀਨ ਦੇ ਵਿੱਚ ਰੱਖੋ ਵੀ ਮੈਨੂੰ ਕਰਨਾ ਹੈ। ਫਿਰ ਦੂਸਰਾ ਪਾਸਾ ਮਹਾਰਾਜ ਕਹਿੰਦੇ ਨੇ ਸੰਗਤ ਕਰੋ, ਸਵੇਰੇ ਸ਼ਾਮ ਜੋ ਬਾਣੀ ਕਹਿੰਦੀ ਹੈ ਉਹਨਾਂ ਦੀ ਸਿੱਖਾਂ ਦੇ ਨਾਲ ਵਿਚਾਰ ਕਰੋ, ਬਾਕੀ ਸਿੱਖਾਂ ਦੇ ਨਾਲ ਮਿਲ ਕੇ ਸ਼ਬਦ ਨੂੰ ਵਿਚਾਰੋ। ਵੈਸੇ ਆਹ ਚੀਜ਼ ਤੇ ਸਾਡੇ ਵਿੱਚੋਂ ਮਾਈਨਸ ਹੋਣ ਲੱਗ ਪਈ, ਕਿਉਂਕਿ ਸਿੱਖ ਇੰਨੀ ਬਾਣੀ ਨਹੀਂ ਪੜ੍ਹਦਾ ਅੱਜ ਕੱਲ੍ਹ। ਪੜ੍ਹਨ ਵਾਲੇ ਹੈ ਵੀ ਬਹੁਤ ਨੇ, ਪਰ ਜਦੋਂ ਸਿੱਖ ਬਾਣੀ ਨਹੀਂ ਪੜ੍ਹਦੇ ਤੇ ਬਾਣੀ ਦੀ ਬਾਰੇ ਕੀ ਵਿਚਾਰ ਕਰਨੀ ਹੈ? ਸਿੱਖ ਸਾਰਾ ਦਿਨ ਤੇ ਖਬਰਾਂ ਪੜ੍ਹੀ ਜਾਂਦਾ ਤੇ ਬਸ ਖਬਰਾਂ ਦਾ ਹੀ ਮਸਲਾ ਲੈ ਕੇ ਬੈਠਾ ਹੁੰਦਾ। ਭਾਈ ਪਰਮਜੀਤ ਸਿੰਘ ਖਾਲਸਾ ਆਏ ਸੀ ਨਾ, ਉਹ ਕਹਿੰਦੇ ਮੈਂ ਜਿੱਥੇ ਵੇਖਦਾ ਉਹਨੇ ਆਹ ਕਰਤਾ, ਉਹਨੇ ਆਹ ਕਰਤਾ। ਉਹ ਕਹਿੰਦੇ ਵੀ ਤੁਹਾਨੂੰ ਕੀ ਲੱਗੇ ਕਿਸੇ ਨੇ ਕੀ ਕੀਤਾ, ਤੁਸੀਂ ਤੇ ਵੇਖੋ ਵੀ ਤੁਸੀਂ ਕੀ ਕਰਦੇ ਪਏ ਜੇ। ਸਾਰਾ ਦਿਨ ਬੇਕਾਰ ਦੀਆਂ ਗੱਲਾਂ ਦੇ ਉੱਤੇ ਬਹਿਸ, ਬੇਕਾਰ ਦੀਆਂ ਗੱਲਾਂ ਦੇ ਉੱਤੇ ਚਰਚਾ। ਮਹਾਰਾਜ ਕਹਿੰਦੇ ਸਿੱਖ ਜੇ ਇਕੱਠੇ ਬੈਠਦੇ ਜੇ, ਬਾਣੀ ਦਾ ਇੱਕ ਸ਼ਬਦ ਵੇਖ ਲਓ, ਬਾਣੀ ਦੇ ਬਾਰੇ ਵਿਚਾਰ ਕਰੋ ਸਿੱਖਾਂ ਦੇ ਨਾਲ ਮਿਲ ਕੇ ਵੀ ਬਾਣੀ ਆਹ ਕਹਿ ਰਹੀ ਹੈ ਕਿ ਅਸੀਂ ਇਸ ਪਾਸੇ ਤੋਂ ਚੱਲਦੇ ਹਾਂ। ਫਿਰ ਦੂਜੇ ਪਾਸੇ ਮਹਾਰਾਜ ਕਹਿੰਦੇ ਜਦੋਂ ਇਹ ਕੰਮ ਕਰ ਲਓਗੇ, ਘਰ ਦੇ ਕੰਮ 'ਚ ਤੁਸੀਂ ਕਰਨੇ ਨੇ, ਤੁਹਾਨੂੰ ਰੋਕਿਆ ਨਹੀਂ ਇਸ ਚੀਜ਼ ਤੋਂ। ਪਰ ਨਾਲ ਕੀ ਹੈ? ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਇੱਕ ਸ਼ਬਦ ਭਗਤ ਨਾਮਦੇਵ ਜੀ ਦਾ ਹੈ, ਆਨੀਲੇ ਕਾਗਦ ਕਾਟੀ ਲੈ ਗੂੜੀ ਆਕਾਸ਼ ਮਧੇ ਭਰਮੀ ਅਲੇ ਪੰਥ ਜਨਾ ਸੋ ਬਾਤ ਬਤਊਆ ਚੀਤ ਸੋ ਡੋਰੀ ਰਾਖੀ ਅਲੇ। ਉੱਥੇ ਸ਼ਬਦ ਹੈ ਇੱਕ, ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਉਦਾਹਰਨ ਦਿੱਤੀ ਹੈ। ਕਹਿੰਦੇ ਕਿ ਵੇਖੋ ਜਿੱਦਾਂ ਪਹਿਲਾਂ ਘਰਾਂ ਤੋਂ ਬਾਹਰੋਂ ਪਾਣੀ ਲੈਣ ਜਾਇਆ ਜਾਂਦਾ ਸੀ, ਅੱਜ ਤੇ ਘਰ ਦੇ ਵਿੱਚ ਪਾਣੀ ਆ ਜਾਂਦਾ ਹੈ, ਸੁੱਖ ਹੈ ਸਾਨੂੰ। ਬਾਹਰੋਂ ਖੂਹ ਤੋਂ ਪਾਣੀ ਲੈਣ ਜਾਣਾ, ਸਾਂਝਾ ਖੂਹ ਹੋਣਾ। ਤਾਂ ਕਹਿੰਦੇ ਵੀ ਉਹ ਵੇਖੋ ਬੀਬੀਆਂ ਜਿਹੜੀਆਂ ਜਾਂਦੀਆਂ ਨੇ ਸਿਰ ਦੇ ਉੱਤੇ ਘੜਾ ਵੀ ਰੱਖਿਆ ਹੁੰਦਾ, ਕਈਆਂ ਬੀਬੀਆਂ ਨੇ 2-2 ਘੜੇ ਵੀ ਰੱਖੇ ਹੁੰਦੇ ਸੀ, ਘੜੇ ਦੇ ਉੱਤੇ ਵੀ ਘੜਾ ਰੱਖਿਆ ਹੋਣਾ।
ਤੇ ਫਿਰ ਕੀ ਹੈ, ਉਹ ਘੜਾ ਵੀ ਰੱਖਿਆ ਹੈ ਤੇ ਗੱਲਾਂ ਵੀ ਕਰੀ ਜਾਂਦੀਆਂ ਨੇ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਜਿੱਦਾਂ ਬੀਬੀ ਸਿਰ ਤੇ ਘੜਾ ਵੀ ਰੱਖਦੀ ਹੈ ਪਰ ਗੱਲਾਂ ਵੀ ਕਰੀ ਜਾਂਦੀ ਹੈ, ਆਪਣਾ ਕਾਰੋਬਾਰ ਵੀ ਕਰੋ। ਕਾਰੋਬਾਰ ਤੋਂ ਰੋਕਿਆ ਨਹੀਂ ਹੈ, ਪਰ ਕਾਰੋਬਾਰ ਕਰਦਿਆਂ ਵੀ ਜਿਹੜਾ ਇੱਕ ਧਿਆਨ ਹੈ ਨਾ, ਇੱਕ ਸੁਰਤ ਹੈ, ਉਹ ਜਿਹੜੀ ਹੈ ਨਾ, ਉਹ ਤੁਹਾਡੀ ਅਕਾਲ ਪੁਰਖ ਵਾਹਿਗੁਰੂ ਦੇ ਵੱਲ ਹੋਣੀ ਚਾਹੀਦੀ ਹੈ। ਅਸੀਂ ਕਈ ਵਾਰ ਇਸ ਗੱਲ ਨੂੰ ਬੋਲਦੇ ਹੁੰਦੇ ਹਾਂ, ਘਰ ਦੇ ਕੰਮ ਕਰਦੇ ਪਏ ਜੇ, ਪ੍ਰਸ਼ਾਦਾ ਤਿਆਰ ਕਰਦੇ ਪਏ ਜੇ, ਹੋਰ ਨਹੀਂ ਕੁਝ ਤੇ ਤੁਸੀਂ ਝਾੜੂ ਲਗਾ ਰਹੇ ਜੇ, ਦੁਕਾਨ ਦੇ ਉੱਤੇ ਬੈਠੇ ਜੇ, ਵਿਹਲੇ ਬੈਠੇ ਜੇ, ਕਿਸੇ ਨਾਲ ਗੱਲਬਾਤ ਨਹੀਂ ਹੋ ਰਹੀ। ਬੇਕਾਰ ਦੀਆਂ ਗੱਲਾਂ ਸੋਚਣ ਤੋਂ ਚੰਗਾ ਨਹੀਂ ਵੀ ਬੰਦਾ ਚੌਪਈ ਸਾਹਿਬ ਦਾ ਪਾਠ ਸ਼ੁਰੂ ਕਰ ਲਵੇ। ਹੋਰ ਗੱਲਾਂ ਸੋਚਣ ਤੋਂ ਚੰਗਾ ਨਹੀਂ ਵੀ ਬੰਦਾ ਵਾਹਿਗੁਰੂ ਕਹਿਣਾ ਸ਼ੁਰੂ ਕਰ ਦੇਵੇ, ਪਰ ਰੂਟੀਨ ਦੇ ਵਿੱਚ ਆਵੇ ਤਾਂ ਵਧੀਆ ਹੈ। ਗੱਡੀ ਚਲਾ ਰਹੇ ਜੇ, ਕੋਈ ਕੰਮ ਨਹੀਂ ਹੈ, ਕੀਰਤਨ ਸੁਣ ਲਓ। ਕੀਰਤਨ ਨਹੀਂ ਸੁਣ ਸਕਦੇ, ਆਪ ਕੀਰਤਨ ਜਿਹੜਾ ਹੈ ਬੋਲਣਾ ਸ਼ੁਰੂ ਕਰ ਦਿਓ, ਵਾਹਿਗੁਰੂ ਬੋਲਣਾ ਸ਼ੁਰੂ ਕਰ ਦੇਵੋ। ਗੱਲ ਤੇ ਰੂਟੀਨ ਦੇ ਵਿੱਚ ਆਉਣ ਦੀ ਹੈ ਵੀ ਕੰਮ ਕਾਰ ਕਰਦੇ ਹਾਂ, ਜਦੋਂ ਬਿਲਕੁਲ ਕੰਮ ਦੇ ਵੱਲ ਧਿਆਨ ਹੈ ਉਦੋਂ ਕੰਮ ਕਰ ਲਓ। ਕੰਮ ਤੋਂ ਵਿਹਲੇ ਹੋ ਗਏ ਜੇ ਤੇ ਬਸ ਆਪਣਾ ਧਿਆਨ ਜਿਹੜਾ ਹੈ ਉਹ ਮਾਲਕ ਦੇ ਵੱਲ ਹੋ ਜੇ। ਉਹ ਚਲਦਿਆਂ ਚਲਦਿਆਂ ਹੌਲੀ ਹੌਲੀ ਮਹਾਰਾਜ ਕਹਿੰਦੇ ਇੱਕ ਰੂਟੀਨ ਬਣ ਜਾਂਦੀ ਹੈ ਵੀ ਤੁਹਾਨੂੰ ਘਰ ਦੇ ਕੰਮ ਵੀ ਚੰਗੇ ਲੱਗਣ ਲੱਗ ਪੈਂਦੇ ਨੇ। ਤੁਸੀਂ ਘਰ ਦੇ ਕੰਮ ਵੀ ਕਰਦੇ ਜੇ, ਪਰ ਉਹ ਤੁਹਾਡੇ ਘਰ ਦੇ ਕੰਮ ਹੀ ਤੁਹਾਡੇ ਧਿਆਨ ਦਾ ਕਾਰਨ ਬਣ ਜਾਂਦੇ ਨੇ। ਉਹਨਾਂ ਘਰ ਦੇ ਕੰਮਾਂ ਦੇ ਵਿੱਚ ਹੀ ਤੁਸੀਂ ਧਿਆਨੀ ਹੋ ਜਾਂਦੇ ਜੇ, ਜਿਹਨੂੰ ਫਿਰ ਇੱਦਾਂ ਮਹਾਰਾਜ ਨੇ ਕਿਹਾ ਹੈ ਵੀ ਤੁਸੀਂ ਰਹੋਗੇ ਤੇ ਘਰ ਦੇ ਵਿੱਚ ਹੀ ਕਾਰੋਬਾਰ ਵੀ ਕਰੋਗੇ, ਸਾਰਾ ਕੁਝ ਕਰੋਗੇ, ਪਰ ਇੱਕ ਉਦਾਸੀ ਹੋਵੇਗੀ। ਉਦਾਸੀ ਦਾ ਮਤਲਬ ਸੈਡਨੈਸ ਨਹੀਂ ਹੈ, ਉਦਾਸੀ ਦਾ ਮਤਲਬ ਹੈ ਉਪਰਾਮਤਾ। ਮਤਲਬ ਫਸੇ ਨਹੀਂ ਹੋਵੋਗੇ ਤੁਸੀਂ ਉਸ ਚੀਜ਼ ਦੇ ਵਿੱਚ ਵੀ ਹਾਏ ਮੇਰੇ ਤੋਂ ਬਿਨਾਂ ਹੋਣਾ ਹੀ ਨਹੀਂ, ਨਹੀਂ, ਤੁਸੀਂ ਮੌਜ ਦੇ ਨਾਲ ਉਸ ਕੰਮ ਨੂੰ ਕਰਦੇ ਹੋਵੋਗੇ। ਇਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੇ ਕੋਲ ਆਏ ਸੀ। ਬਾਣੀ ਨੂੰ ਸੰਗਤ ਦੇ ਵਿੱਚ ਮਿਲ ਕੇ ਵਿਚਾਰਨਾ, ਬਾਣੀ ਨੂੰ ਆਪ ਪੜ੍ਹਨਾ। ਮਹਾਰਾਜ ਕਹਿੰਦੇ ਜਿੱਦਾਂ ਘਰ ਦੇ ਕੰਮ ਚੰਗੇ ਲੱਗਦੇ, ਇੱਦਾਂ ਤੁਹਾਨੂੰ ਬਾਣੀ ਚੰਗੀ ਲੱਗੇ। ਸੇਵਾ ਕਰੋ। ਦੂਜੇ ਨੰਬਰ ਦੇ ਉੱਤੇ ਕੰਮ ਕਾਰ ਕਰਦਿਆਂ ਧਿਆਨ ਜਿਹੜਾ ਹੈ ਨਾ, ਸੁਰਤ ਜਿਹੜੀ ਹੈ ਉਹ ਇੱਕ ਮਾਲਕ ਦੇ ਵੱਲ ਹੋਵੇ। ਇਹ ਦੋ ਜਿਹੜੇ ਅਸੀਂ ਚੈਪਟਰ ਅੱਜ ਵਿਚਾਰੇ ਨੇ, ਇਹਨਾਂ ਦੇ ਵਿੱਚੋਂ ਇੱਕ ਤੇ ਇਹ ਜਿਹੜਾ ਅਸੀਂ ਇੱਥੇ ਵਿਚਾਰਿਆ ਹੈ, ਮਾਈਆ ਜਾਪਾ ਜਾਣੀਐ ਨਈਆ ਖੁੱਲਰ ਗੁਰੂ ਪਿਆਰਾ, ਤੁਲਸਾ ਬਹੁਰਾ ਜਾਣੀਐ ਗੁਰੂ ਉਪਦੇਸ਼ ਅਵੇਸ ਅਚਾਰਾ। ਗੁਰੂ ਦੇ ਉਪਦੇਸ਼ ਨੂੰ ਆਪਣੇ ਅੰਦਰ ਲਿਆ ਕੇ ਤੇ ਆਚਰਣ ਆਪਣਾ ਬਣਾਉਂਦੇ ਨੇ। ਸਤਿਗੁਰੂ ਸੱਚ ਸਵਾਰਨ ਹਾਰਾ, ਸੱਚਾ ਸਤਿਗੁਰੂ ਇਹਨਾਂ ਦੇ ਜੀਵਨ ਨੂੰ ਸਵਾਰਨ ਵਾਲਾ ਹੈ।